दसो जी तुसी हजे भी गोरियां दे पिट्ठू बिना दसे तुसी गोरियां दे पिट्ठू। चलो मैं स्टार्ट करनी हाँ। लैंदे पंजाब दी कुड़ी बाहर जांदी है ते लैंदे पंजाब दा मुंडा ते उन्हां दा वाह पैंदा किसी होर लैंदे पंजाब दे मुंडे या कुड़ी दे नाल। ते वापस केड़ी बोली च गल करदे ने? पंजाबी च। वो करदे ने उर्दू च गल। अच्छा एदे पिछे स्टोरी की वे कि ਜਦੋਂ ਚੜ੍ਹਦੇ ਪੰਜਾਬ ਦਾ ਮੁੰਡਾ ਬਾਹਰ ਜਾਂਦਾ ਜਾਂ ਕੁੜੀ ਬਾਹਰ ਜਾਂਦੇ ਉਹ ਆਪਸ 'ਚ ਪੰਜਾਬੀ 'ਚ ਲੱਗੇ ਹੁੰਦੇ ਨੇ ਤੇ ਅਸੀਂ ਜਿਹੜੇ ਨੇ ਨਾ ਉਹ ਵੇਖ ਕੇ ਕਿਸੇ ਹੋਰ ਪੰਜਾਬੀ ਨੂੰ ਪਾਕਿਸਤਾਨ ਤੋਂ ਤੇ ਸਾਡੇ ਅੰਦਰ ਜਿਹੜੇ ਨਾ ਲਖਨਊ ਦੇ ਕੀੜੇ ਨੂੰ ਜਾਗ ਪੈ ਜਾਂਦੀ ਹੈ। ਇਹਦੇ ਪਿੱਛੇ ਜੀ ਫੋਰਟ ਵਿਲੀਅਮ ਕਾਲਜ ਕੈਲਕਟਾ 'ਚ ਜਿਹੜਾ ਬਣਾਇਆ ਜਾਂਦਾ ਹੈ ਜਿੱਥੇ ਉਰਦੂ ਨੂੰ ਬੁਰਜ ਭਾਸ਼ਾ ਖੜੀ ਬੋਲੀ ਤੋਂ ਲੈ ਕੇ ਬਣਾਉਂਦੇ ਨੇ ਤੇ ਉਹਦੇ ਅੰਦਰ ਜਿਹੜੀ ਲਿਪੀ ਵਾੜਦੇ ਨੇ ਸ਼ਾਹਮੁਖੀ ਜਿਹੜੀ ਪੰਜਾਬੀ ਦੀ ਲਿਪੀ ਹੈ ਜਿਹੜੀ 11ਵੀਂ ਸਦੀ ਤੋਂ ਪੰਜਾਬੀ ਵਾਸਤੇ ਵਰਤੀ ਜਾ ਰਹੀ ਹੈ। ਉਸ ਤੋਂ ਪਹਿਲੇ ਲੰਡਾ ਸਕ੍ਰਿਪਟ ਹੁੰਦਾ ਸੀ ਤੇ ਫਿਰ ਬਾਅਦ ਚ ਲੰਡਾ ਸਕ੍ਰਿਪਟ ਤੋਂ ਹੀ ਗੁਰਮੁਖੀ ਬਣਾਈ ਗਈ। ਤੇ ਗੋਰੇ ਨੂੰ ਪਤਾ ਸੀ ਕਿ ਪੰਜਾਬ ਜਿਹੜਾ ਨਾ ਉਹ ਆਖਰੀ ਕਹਿਣਾ ਨਾ ਲਾਸਟ ਮੈਨ ਸਟੈਂਡਿੰਗ ਵਾਲਾ ਕੰਮ ਹੋ ਗਿਆ ਸੀ ਕਿ ਉਹਨਾਂ ਤੋਂ 10 ਸਾਲ ਲੱਗੇ ਰਣਜੀਤ ਸਿੰਘ ਦੀ ਵਫਾਤ ਦੇ ਬਾਅਦ ਵੀ ਮਹਾਰਾਜਾ ਰਣਜੀਤ ਸਿੰਘ ਦੀ ਵਫਾਤ ਦੇ ਬਾਅਦ ਵੀ ਕਿ ਉਹ ਪੰਜਾਬ ਉਹਨਾਂ ਦੇ ਹੱਥੇ ਨਹੀਂ ਚਾੜਿਆ ਸੀ ਤੇ ਉਹ ਜਿੱਥੇ ਵੀ ਜਾਂਦੇ ਸੀ ਉਹ ਕਦੇ ਕੋਈ ਰੈਜ਼ਿਸਟੈਂਸ ਵਾਰ ਉੱਥੋਂ ਸਟਾਰਟ ਹੋ ਜਾਂਦੀ ਸੀ ਨੂੰ ਉਹਨਾਂ ਨੂੰ ਡੱਕਦੇ ਸੀ ਹੋਰ ਪਾਸੇ ਵੀ ਖਲੋ ਜਾਂਦਾ ਸੀ। ਉਹਨਾਂ ਦੀ ਇੰਟੈਲੀਜੈਂਸ ਨੇ ਉਹਨਾਂ ਨੂੰ ਦੱਸਿਆ ਕਿ ਯਾਰ ਇੱਥੇ ਇਹ ਤੇ ਆਪਣੀ ਧਰਤੀ ਨਾਲ ਬਹੁਤ ਜੁੜੇ ਨੇ ਇਹ ਵੀ ਨਹੀਂ ਟੈਨਸ਼ਨ ਲੈਂਦੇ ਕਿ ਸਾਡੇ 'ਚ ਸਿੱਖ ਨੇ ਹਿੰਦੂ ਨੇ ਮੁਸਲਮਾਨ ਨੇ ਕਹਿੰਦੇ ਨੇ ਅਸੀਂ ਪੰਜਾਬੀ ਹੁੰਨੇ ਆ। ਤੇ ਗੋਰੂ ਨੇ ਲੱਗ ਗਈ ਸੀ ਸਮਝ ਕੇ ਜੇ ਇਹਨਾਂ ਤੇ ਕਾਬੂ ਪਾ ਵੀ ਲਿਆ ਉਹ ਸੌਖਾ ਨਹੀਂ ਤੇ ਬਾਅਦ ਚ ਕਾਇਮ ਰਹਿਣ ਵਾਸਤੇ ਇਹਨਾਂ ਨੂੰ ਇਹਨਾਂ ਦੀ ਬੋਲੀ ਤੋਂ ਅੱਡ ਕਰਨਾ ਪੈਣਾ। ਤਾਂ ਕਰਕੇ ਜਿਹੜੀ ਫੋਰਟ ਵਿਲੀਅਮ ਕਾਲਜ ਕੈਲਕਟਾ ਚ ਬੋਲੀ ਜਿਹੜੀ ਬਣਾਈ ਜਾਂਦੀ ਉਰਦੂ ਉਹ ਲੈ ਕੇ ਆਈ ਜਾਂਦੀ ਹੈ ਪੰਜਾਬ ਚ। ਮਤਲਬ ਹੋਰ ਪਾਸੇ ਗੋਰੇ ਨੇ ਜਿਹੜੀਆਂ ਯੂਨੀਵਰਸਿਟੀਆਂ ਬਣਾਈਆਂ ਨੇ ਉਹਨਾਂ ਦੇ ਵਿੱਚ ਉਹਨਾਂ ਦੀ ਇੱਕ ਮਕਾਮੀ ਬੋਲੀਆਂ ਨੂੰ ਹੀ ਵਧਾਵਾ ਦਿੱਤਾ ਜਾਂਦਾ ਹੈ। ਸਾਡੇ ਪਾਸੇ ਅਲੀਗੜ੍ਹ ਕਾਲਜ ਬਣਾਇਆ ਜਾਂਦਾ ਹੈ ਜਿਹਦੇ ਚ ਪੜ੍ਹਾਉਂਦੇ ਹੋ ਤੁਸੀਂ ਉਰਦੂ ਚ। ਮਤਲਬ ਕੋਈ ਮਤ ਨੂੰ ਹੱਥ ਪਾਉਣ ਵਾਲੀ ਗੱਲ ਹੈ ਕਿ ਨਹੀਂ ਕਿ ਪੰਜਾਬੀ ਕੌਮ ਜਿਹੜੀ ਪੰਜਾਬੀ ਬੋਲ ਰਹੀ ਹੈ ਜਿਹੜੇ ਜਿਨ੍ਹਾਂ ਦੇ ਪੰਜਾਬੀ ਕਾਇਦੇ ਹੈ ਨੇ ਜਿਹੜੇ ਤੁਸੀਂ ਜਮਾ ਕਰਕੇ ਪੈਸੇ ਲੈ ਕੇ ਦੇ ਕੇ ਉਹਨਾਂ ਨੂੰ ਵੱਧ ਪੈਸੇ ਅਸਲੇ ਤੋਂ ਵੱਧ ਪੈਸੇ ਦੇ ਕੇ ਲక్ష్ਮੀ ਚੌਕ ਤੇ ਤੁਸੀਂ ਸਾੜਦੇ ਹੋ ਤੇ ਉਹਦੇ ਬਾਅਦ ਜਿਹੜੀ ਆਪਣੀ ਤੁਸੀਂ ਇਜਾਰਾਦਾਰੀ ਕਾਇਮ ਕਰਨੀ ਹੈ ਉਹ ਤੁਸੀਂ ਕਰਦੇ ਕਿਸੇ ਹੋਰ ਬੋਲੀ ਦੇ ਨਾਲ। ਕਿਉਂ? ਕਿਉਂਕਿ ਗੋਰਾ ਸਮਝਦਾਰ ਸੀ ਉਹਨੂੰ ਪਤਾ ਹੈ ਕਿ ਇਹਨਾਂ ਨੂੰ ਇਹਨਾਂ ਦੀ ਬੋਲੀ ਤੋਂ ਅੱਡ ਕਰੋਗੇ ਇਹਨਾਂ ਦੇ ਵਿੱਚ ਪੈਗੀ ਫੂਟ ਧਰਮ ਦੀ ਫੂਟ ਪੈਗੀ। ਇਹ ਆਪਣੇ ਇਤਿਹਾਸ ਦੇ ਨਾਲ ਇਹਨਾਂ ਦੀ ਰਲਤ ਜਿਹੜੀ ਨਾ ਉਹ ਮੁੱਕ ਜਾਣੀ ਹੈ। ਇਤਿਹਾਸ ਦੇ ਨਾਲ ਰਲਤ ਮੁੱਕ ਜਾਣੀ ਹੈ। ਇਹਨਾਂ 'ਚ ਹੋਣਾ ਆਈਡੈਂਟੀਟੀ ਕ੍ਰਾਈਸਿਸ। ਇਹਨਾਂ ਨੂੰ ਪਤਾ ਹੀ ਨਹੀਂ ਹੋਣਾ ਕਿ ਇਹ ਹੈ ਕੌਣ। ਜਦ ਕਿਸੇ ਤੋਂ ਉਹਦਾ ਮਾਨ ਸਨਮਾਨ ਉਹਦਾ ਇਤਿਹਾਸ ਤੁਸੀਂ ਖੋਣਾ ਹੁੰਦਾ ਨਾ ਤਾਂ ਤੁਸੀਂ ਕਰਦੇ ਉਹਦੀ ਬੋਲੀ ਦੇ ਅਟੈਕ। ਤੇ ਗੋਰੇ ਨੇ ਪਹਿਲੀ ਵਾਰੀ ਨਹੀਂ ਕੀਤਾ। ਇਹੀ ਕੰਮ ਉਹ ਯੂਨਾਈਟਿਡ ਕਿੰਗਡਮ 'ਚ ਵੀ ਕਰਦੇ ਨੇ ਕਿ ਇੱਥੇ ਦੀ ਜਿਹੜੀ ਮੁਕਾਮੀ ਬੋਲੀਆਂ ਨੇ ਹਨ ਨਾ ਉਹਨਾਂ ਨੂੰ ਮਸਖ ਕਰਕੇ ਅੰਗਰੇਜ਼ੀ ਬਣਾਈ ਜਾਂਦੀ ਹੈ ਜਿਹਦੇ 'ਚ ਤੁਹਾਡੇ ਵੈਲਸ਼ ਆਉਂਦੀ ਹੈ ਗੇਲਿਕ ਆਉਂਦੀਆਂ ਨੇ ਬੋਲੀਆਂ ਤੇ ਉਹਨਾਂ ਨੂੰ ਵੀ ਹੁਣ ਜਿਹੜਾ ਨਾ ਉਹ ਮੁੜ ਕੇ ਜੋੜੇ ਨੇ। ਖੈਰ ਉਹ ਇੱਕ ਹੋਰ ਮੁੱਦਾ। ਤੇ ਕਹਿਣ ਦਾ ਮਕਸਦ ਹੈ ਕਿ ਸਾਡੇ ਲੋਕਾਂ ਨੂੰ ਇਹ ਸਮਝ ਨਹੀਂ ਲੱਗਦੀ ਕਿ ਤਰੱਕੀ ਜਿਹੜੀ ਹੈ ਨਾ ਉਹ ਮਾਂ ਬੋਲੀ ਦੇ ਇਲਾਵਾ ਕਿਸੇ ਹੋਰ ਸ਼ਹਿਰ 'ਚ ਤੁਹਾਨੂੰ ਹੋ ਹੀ ਨਹੀਂ ਸਕਦੀ। ਮਤਲਬ 150 ਸਾਲ ਤੋਂ ਤੁਸੀਂ ਲੱਗੇ ਹੋ ਉਰਦੂ ਨੂੰ ਵਾੜਨ ਪੰਜਾਬ 'ਚ ਪਰ ਉਹ ਨਹੀਂ ਬਣੀ ਹਿੱਸਾ। ਕਿਉਂ? ਕਿਉਂਕਿ ਉਹ ਉੱਥੇ ਦੀ ਦੇਸੀ ਬੋਲੀ ਹੈ ਨਹੀਂ। ਉਹ ਤੁਸੀਂ ਕਹਿੰਦੇ ਅਸੀਂ ਖਾਣਾ ਦੇਸੀ ਕੁੱਕੜ ਦੇਸੀ ਆਂਡੇ ਦੇਸੀ ਫਲਾਣ ਦੇਸੀ ਢਿਮਕਣਾ ਪਰ ਜਦੋਂ ਗੱਲ ਬੋਲੀ ਦੀ ਆਂਦੀ ਉਸ ਵੇਲੇ ਤੁਹਾਨੂੰ ਹੋਰ ਬੋਲੀਆਂ ਪਿੱਛੇ ਤੁਸੀਂ ਟੁਰ ਜਾਂਦੇ ਹੋ। ਮੈਂ ਨਹੀਂ ਕਹਿੰਦੀ ਕਿ ਤੁਸੀਂ ਅੰਗਰੇਜ਼ੀ ਉਰਦੂ ਫਰੈਂਚ ਜਰਮਨ ਨਾ ਸਿੱਖੋ। ਜਿਹੜੀ ਵੀ ਬੋਲੀ ਤੁਹਾਨੂੰ ਲੱਗਦਾ ਕਿ ਤੁਹਾਡੇ ਵਾਸਤੇ ਵਧੀਆ ਹੈ ਮਤਲਬ ਤੁਹਾਡੇ ਕਰੀਅਰ ਵਾਸਤੇ ਤੁਸੀਂ ਸਿੱਖੋ। ਪਰ ਇਹ ਕੀ ਗੱਲ ਹੋਏ ਕਿ ਤੁਸੀਂ ਆਪਣੀ ਮਾਂ ਬੋਲੀ ਜਿਹੜੀ ਹੈ ਨਾ ਮਤਲਬ ਕੁੜੀਆਂ ਤੋਂ ਪੁੱਛੋ ਲਾਹੌਰ ਜਾਓ ਘੰਟਾ ਮੈਂ ਪੰਜਾਬੀ ਚ ਲੱਗੀ ਨਹੀਂ ਆ ਤੇ ਜਵਾਬ ਮਿਲਦਾ ਨਹੀਂ ਹਮੇ ਪੰਜਾਬੀ ਨਹੀਂ ਆਤੀ। ਤੁਸੀਂ ਪੰਜਾਬ ਚ ਇੰਨੇ ਸਾਲ ਤੋਂ ਰਹਿ ਰਹੇ ਹੋ ਤੁਹਾਨੂੰ ਪੰਜਾਬੀ ਨਹੀਂ ਆਂਦੀ ਮਤਲਬ ਫਿਰ ਤੁਸੀਂ ਕੌਣ ਹੋ? ਕੌਣ ਹੋ ਤੁਸੀਂ? ਹਾਏ ਰੱਬਾ ਤੇਰਾ ਬਰਾਖਾ।